ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਬਹੁਤ ਸਾਰੇ ਸਵਾਲ ਵੱਖੋ ਵੱਖਰੇ ਮੁੱਦਿਆਂ ਦੇ ਉੱਤੇ ਆਉਂਦੇ ਨੇ। ਬ੍ਰਿਟਿਸ਼ ਕੋਲੰਬੀਆ ਦੀ ਇਸ ਸਮੇਂ ਗੱਲ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਜਿਹੜੇ ਸਵਾਲ ਨੇ ਮੁੱਖ ਕਿ ਇਸ ਸਮੇਂ ਜੋ ਐਲਾਨ ਕੀਤੇ ਜਾ ਰਹੇ ਨੇ, ਪ੍ਰੋਗਰਾਮਸ ਦੇ ਵਿੱਚ ਜਿਹੜਾ ਵਾਧਾ ਕੀਤਾ ਜਾ ਰਿਹਾ ਹੈ ਤੇ ਕਿਹੋ ਜਿਹੀ ਮਦਦ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ, ਇਹਨਾਂ ਸਾਰੀਆਂ ਗੱਲਾਂ ਦੇ ਬਾਰੇ MLA ਰਚਨਾ ਸਿੰਘ ਨੇ ਟੀਵੀ ਪੰਜਾਬ ਦੇ ਉੱਤੇ ਗੱਲਬਾਤ ਕੀਤੀ ਹੈ। ਤੁਹਾਨੂੰ ਸੁਣਾਉਂਦੇ ਹਾਂ ਕਿ ਉਹਨਾਂ ਨੇ ਕੀ ਕੁਝ ਦੱਸਿਆ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਪੂਰੇ ਵਿਸਥਾਰ ਦੇ ਵਿੱਚ ਦੱਸਾਂਗੇ ਕਿ ਸਟਰਾਟਾ ਨੂੰ ਲੈ ਕੇ ਜਿਹੜੇ ਕਾਨੂੰਨ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਉਹ ਕਿਹੜਾ ਬਦਲਾਅ ਹੋਵੇਗਾ ਤੇ ਕਿਸ ਤਰ੍ਹਾਂ ਲਾਗੂ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਟੀਵੀ ਪੰਜਾਬ ਤੇ। ਥੈਂਕ ਯੂ ਸੋ ਮਚ, ਰੀਲੀ ਗੁੱਡ ਟੂ ਸੀ ਯੂ। ਸੇਮ ਹੈ। ਤੇ ਫਿਰ ਸਭ ਤੋਂ ਪਹਿਲਾਂ ਸਟਰਾਟਾ ਦੇ ਬਾਰੇ ਹੀ ਪੁੱਛਣਾ ਮੈਂ ਤੁਹਾਨੂੰ ਕਿ ਜਿਹੜਾ ਕੱਲ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਬਿੱਲ ਪੇਸ਼ ਕਰਨ ਦੀ ਗੱਲ ਹੋਈ ਹੈ ਉਹ ਕੀ ਹੈ? ਜੀ ਬਿਲਕੁਲ, ਜਿਵੇਂ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਹੇ ਸੀਗੇ ਪੁਨੀਤ ਜੀ ਕਿ ਜਿਹੜੇ ਕੌਂਡੋ ਜਿਹੜੀ ਇੰਸ਼ੋਰੈਂਸ ਹੈਗੀ ਹੈ, ਸਟਰਾਟਾ ਇੰਸ਼ੋਰੈਂਸ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਸੀਗਾ ਤੇ ਉਹਦੇ ਨੇ ਜਿਹੜੇ ਸਟਰਾਟਾ ਓਨਰ ਸੀਗੇ ਜਾਂ ਜਿਹੜੇ ਲੋਕੀ ਕੌਂਡੋਮੀਨੀਅਮਸ ਵਿੱਚ ਵਗੈਰਾ 'ਚ ਰਹਿੰਦੇ ਸੀਗੇ ਉਹਨਾਂ ਤੇ ਕਾਫੀ ਜ਼ਿਆਦਾ ਭਾਰ ਪਿਆ ਸੀਗਾ। ਤਾਂ ਇਹ ਸਾਰੀ ਸਾਡੇ ਮੱਦੇ ਨਜ਼ਰ ਸੀਗਾ ਇਹ ਮਸਲਾ। ਤੇ ਕੱਲ ਜਿਹੜੀ ਸਾਡੇ ਫਾਈਨੈਂਸ ਮਿਨਿਸਟਰ ਹੈ ਕੈਰਲ ਜੇਮਸ ਤੇ ਮਿਨਿਸਟਰ ਆਫ ਹਾਊਸਿੰਗ ਸਲੀਨਾ ਰੋਬਿਨਸਨ ਇੱਕ ਨਵਾਂ ਲੈਜਿਸਲੇਸ਼ਨ ਲੈ ਕੇ ਆਏ ਹੈ। ਉਹ ਇਹ ਸਮਝਦੇ ਹੈਗੇ, ਸਾਡੀ ਸਰਕਾਰ ਸਮਝਦੀ ਹੈ ਕਿ ਇਹ ਬਹੁਤ ਹੀ ਜ਼ਿਆਦਾ ਕੰਪਲੈਕਸ ਇਸ਼ੂ ਹੈਗਾ ਤੇ ਇਹਦੇ ਹੌਲੀ ਹੌਲੀ ਸਾਨੂੰ ਸਟੈਪ ਚੱਕਣੇ ਪੈਣੇ। ਤੇ ਜਿਹੜਾ ਲੈਜਿਸਲੇਸ਼ਨ ਇੰਟਰੋਡਿਊਸ ਹੋਇਆ ਉਹ ਪਹਿਲਾ ਸਟੈਪ ਹੈਗਾ ਟੂ ਟੈਕਲ ਵਿਦ ਦਿਸ ਪ੍ਰੋਬਲਮ। ਜਿਹੜੀ ਇੱਕ ਗੱਲ ਮੈਂ ਸਭ ਤੋਂ ਪਹਿਲਾਂ ਤੁਹਾਡੇ ਵਿਊਅਰਸ ਨੂੰ ਦੱਸਣਾ ਚਾਹੂੰਗੀ ਕਿ ਜਿਹੜੀ ਇੰਸ਼ੋਰੈਂਸ ਹੈ ਇਹ ਪ੍ਰਾਈਵੇਟ ਹੁੰਦੀ ਹੈਗੀ, ਜਿਹਦੇ ਤੇ ਗਵਰਨਮੈਂਟ ਦਾ ਜ਼ਿਆਦਾ ਕੰਟਰੋਲ ਨਹੀਂ ਹੈਗਾ। ਤੇ ਪਰ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਸਟ੍ਰੀਮਲਾਈਨ ਕੀਤਾ ਜਾਵੇ ਸਟਰਾਟਾ ਇੰਸ਼ੋਰੈਂਸ ਨੂੰ, ਤਾਂ ਕਿ ਜਿਹੜੇ ਓਨਰਸ ਹੈਗੇ ਆ ਜਾਂ ਜਿਹੜੇ ਲੋਕੀ ਰਹਿ ਰਹੇ ਆ ਉਹਨਾਂ ਉੱਤੇ ਜ਼ਿਆਦਾ ਭਾਰ ਨਾ ਪਵੇ ਐਂਡ ਦੇ ਸ਼ੁਡਨਟ ਬੀ ਐਡਵਰਸਲੀ ਅਫੈਕਟਡ। ਤੇ ਉਹਦੇ ਮੱਦੇਨਜ਼ਰ ਜਿਹੜਾ ਲੈਜਿਸਲੇਸ਼ਨ ਹੈ ਉਹਦੇ ਚ ਜਿਹੜੇ ਸਟੈਪਸ ਲਿੱਤੇ ਜਾ ਰਹੇ ਆ ਉਹਦੇ ਵਿੱਚ ਹੈ ਕਿ ਜਿਹੜਾ ਹੁਣ ਰੈਫਰਲਸ ਜਿਹੜੇ ਸਟਰਾਟਾ ਜਦ ਇੰਸ਼ੋਰੈਂਸ ਲਈ ਰੈਫਰਲਸ ਹੁੰਦੇ ਸੀਗੇ ਉਹਦੇ ਲਈ ਇੱਕ ਖਾਸ ਕਮਿਸ਼ਨ ਦਿੱਤਾ ਜਾਂਦਾ ਸੀਗਾ ਟੂ ਗੈਟ ਦੋਜ਼ ਰੈਫਰਲਸ। ਤੇ ਉਹਦੇ ਤੇ ਰੋਕ ਲਾ ਦਿੱਤੀ ਗਈ ਹੈ ਕਿ ਹੁਣ ਉਹ ਰੈਫਰਲਸ ਨਹੀਂ ਹੋਣਗੇ, ਉਹ ਬਹੁਤ ਜ਼ਿਆਦਾ ਟਰਾਂਸਪੇਰੈਂਟ ਪ੍ਰੋਸੈਸ ਹੋਏਗਾ ਜਿਹਦੇ ਨਾਲ ਹੈ ਕਿ ਜਿਹੜੀ ਵੀ ਡਿਜ਼ਰਵਿੰਗ ਇੰਸ਼ੋਰੈਂਸ ਕੰਪਨੀ ਹੈ ਦੇ ਸ਼ੁੱਡ ਬੀ ਗੈਟਿੰਗ ਇਟ। ਜਿਹੜਾ ਕੰਟਰੈਕਟ ਹੈਗਾ ਇੰਸ਼ੋਰੈਂਸ ਦਾ ਉਹਨਾਂ ਨੂੰ ਮਿਲਣਾ ਚਾਹੀਦਾ ਰਾਦਰ ਦੈਨ ਕਿ ਰੈਫਰਲਸ ਤੇ ਜਿਹੜੇ ਕਮਿਸ਼ਨ ਬੇਸ ਨਹੀਂ ਹੋਣਾ ਚਾਹੀਦਾ। ਬਾਕੀ ਕੋਈ ਵੀ ਜਿਹੜਾ ਕਮਿਸ਼ਨ ਜਿਹੜਾ ਦਿੱਤਾ ਜਾਏਗਾ, ਜਿਹੜਾ ਕਿ ਸਟਰਾਟਾ ਮੈਨੇਜਰਸ ਨੂੰ ਕਮਿਸ਼ਨ ਦਿੱਤਾ ਜਾ ਰਿਹਾ ਹੈ ਤੇ ਉਹ ਵੀ ਬਹੁਤ ਜ਼ਿਆਦਾ ਟਰਾਂਸਪੇਰੈਂਟ ਹੋਏਗਾ। ਉਹ ਪਤਾ ਹੋਣਾ ਚਾਹੀਦਾ ਹੈ ਸਾਰੇ ਸਟਰਾਟਾ ਓਨਰਸ ਨੂੰ, ਸਾਰੇ ਜਿੰਨੇ ਵੀ ਮੈਂਬਰਸ ਹੈਗੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਜਿਹੜੀ ਇੰਸ਼ੋਰੈਂਸ ਕੰਪਨੀ ਜਦ ਹਾਇਰ ਕੀਤੀ ਜਾ ਰਹੀ ਹੈ ਉਹਦੇ ਨੂੰ ਕਿੰਨਾ ਕਮਿਸ਼ਨ ਜਿਹੜਾ ਸਟਰਾਟਾ ਮੈਨੇਜਰ ਹੈ ਉਹਨੂੰ ਮਿਲਿਆ ਸੀਗਾ। ਸੋ ਇਟ ਬ੍ਰਿੰਗਸ ਮੋਰ ਟਰਾਂਸਪੇਰੈਂਸੀ ਇਨਟੂ ਇਟ। ਬਾਕੀ ਜਦ ਵੀ ਕੋਈ ਇੰਸ਼ੋਰੈਂਸ ਕੰਪਨੀ ਜਦ ਉਹਨਾਂ ਨੂੰ ਕਹਿੰਦੀ ਹੈ ਕਿਸੇ ਸਟਰਾਟਾ ਨੂੰ ਕਹਿੰਦੀ ਹੈ ਕਿ ਅਸੀਂ ਇੰਸ਼ੋਰੈਂਸ ਨਹੀਂ ਕਰਾਂਗੇ ਜਾਂ ਉਹ ਕੋਈ ਵੀ ਚੇਂਜਸ ਲੈ ਕੇ ਆਉਣਾ ਚਾਹ ਰਹੇ ਹੈ, ਉਹਦੇ ਲਈ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਟਰਾਂਸਪੇਰੈਂਟ ਹੋਣਾ ਪਏਗਾ ਤੇ ਇਨਫ ਟਾਈਮ ਦੇਣਾ ਪਏਗਾ ਫॉर ਦੀ ਸਟਰਾਟਾ ਟੂ ਮੇਕ ਦ ਨਿਊ ਅਰੇਂਜਮੈਂਟਸ। ਜੀ, ਤੇ ਫਿਰ ਇਹਦੇ ਵਿੱਚ ਜਿਹੜਾ ਇੱਕ ਉਹ ਵੀ ਹੈ ਲਾਅ ਸੂਟ ਵਾਲੀ ਗੱਲ ਹੈ, ਉਹ ਕੀ ਹੈ ਕਿ ਜੇ ਕੋਈ ਵੱਡਾ ਲਾਅ ਸੂਟ ਹੈ ਉਹਦੇ ਵਿੱਚ ਕੀ ਕਵਰੇਜ ਮਿਲੇਗੀ, ਕੀ ਹੈ ਉਹ? ਜੀ ਇਹ ਕਿ ਜਦ ਵੀ ਕੋਈ ਆਬਵੀਅਸਲੀ ਜਦ ਕੋਈ ਡੈਮੇਜ ਹੋ ਰਿਹਾ ਹੈਗਾ ਕਿਸੇ ਵੀ ਜਦ ਸਟਰਾਟਾ ਦੇ ਵਿੱਚ ਡੈਮੇਜ ਹੋਏਗਾ ਤੇ ਉਹਦਾ ਭਾਰ ਅਜੇ ਅਸੀਂ ਪਿਛਲੇ ਦਿਨਾਂ 'ਚ ਦੇਖ ਰਹੇ ਸੀਗੇ ਕਿ ਜਿਹੜੇ ਸਟਰਾਟਾ ਓਨਰਸ ਦੇ ਉੱਤੇ ਭਾਰ ਆ ਰਿਹਾ ਕਿਉਂਕਿ ਡੈਮੇਜ ਆ ਗਿਆ, ਇੰਸ਼ੋਰੈਂਸ ਕੰਪਨੀਜ਼ ਬਾਹਰ ਨਿਕਲ ਗਈਆਂ ਹੈਗੀਆਂ। ਤੇ ਇਹਦੇ ਵਿੱਚ ਜਦ ਡੈਮੇਜ ਹੈ ਇਟ ਸ਼ੁਡਨਟ ਬੀ ਫਾਲਿੰਗ ਔਨ ਦਾ ਜਸਟ ਜਿਹੜਾ ਉਹ ਯੂਨਿਟ ਦਾ ਓਨਰ ਹੈ ਉਹਦੇ ਉੱਤੇ ਡੈਮੇਜ ਕੱਲਾ ਨਹੀਂ ਉਹਨੂੰ ਸੰਭਾਲਣਾ ਪਏਗਾ। It is something that the insurance companies or the strata they have to come out. It should be very transparent way कि जब damage हैगा how that thing should be tackled rather than just putting it on the owner to cover all the damage costs. ਜੀ ਬਿਲਕੁਲ, ਕਿਉਂਕਿ ਸਟਰਾਟਾ ਦੇ ਵਿੱਚ ਮਦਦ ਦੇ ਵਾਸਤੇ ਲੋਕਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ਜਦੋਂ ਸਰਕਾਰ ਦੇ ਵੱਲੋਂ COVID-19 ਦੇ ਕਰਕੇ ਰੈਂਟਰਸ ਦੇ ਵਾਸਤੇ ਤੇ ਹੋਰ ਮਦਦ ਲਈ ਐਲਾਨ ਵੀ ਕੀਤੇ ਗਏ ਤਾਂ ਸਟਰਾਟਾ ਫੀਸ ਨੂੰ ਲੈ ਕੇ ਵੀ ਲੋਕਾਂ ਨੇ ਸਵਾਲ ਚੁੱਕੇ ਕਿ ਸਾਡੇ ਲਈ ਵੀ ਕੁਝ ਜ਼ਰੂਰ ਕੀਤਾ ਜਾਵੇ ਕਿਉਂਕਿ ਉਹਨਾਂ ਤੇ ਉਹ ਵਿੱਤੀ ਬੋਝ ਤਾਂ ਲਗਾਤਾਰ ਚੱਲ ਰਿਹਾ। ਬਿਲਕੁਲ, ਬਹੁਤ ਜ਼ਿਆਦਾ ਅਸੀਂ ਮੰਨਦੇ ਹੈਗੇ ਕਿ ਜਿਹੜਾ ਜੇ ਤੁਸੀਂ ਬਹੁਤ ਅੱਛੀ ਗੱਲ ਕੀਤੀ ਕਿ COVID-19 ਵਿੱਚ ਜਦ ਅਸੀਂ ਬਾਰ-ਬਾਰ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਜਿੱਥੇ ਥਾਂ ਤੇ ਉਹ ਰਹਿ ਰਹੇ ਹੈ, ਜਿਹੜਾ ਘਰ ਹੈ, ਬੇਸ਼ੱਕ ਉਹਨਾਂ ਦੀ ਰੈਂਟਡ ਸਪੇਸ ਹੈ ਜਾਂ ਉਹਨਾਂ ਦਾ ਕੰਡੋਮੀਨੀਅਮ ਹੈ ਜਾਂ ਉਹ ਸਟਰਾਟਾ ਪ੍ਰਾਪਰਟੀ ਹੈ, ਦੇ ਸ਼ੁੱਡ ਬੀ ਫੀਲਿੰਗ ਸੇਫ।
ਉਹਨਾਂ ਤੇ ਜਿਹੜਾ ਅਨਐਡਿਡ ਜਿਹੜਾ ਸਟ੍ਰੈਸ ਹੈ ਉਹ ਨਹੀਂ ਹੋਣਾ ਚਾਹੀਦਾ। ਉਹਦੇ ਮੱਦੇਨਜ਼ਰ ਹੀ ਅਸੀਂ ਜਿਹੜੇ ਰੈਂਟ ਰਿਲੀਫ ਵਾਲਾ ਪ੍ਰੋਗਰਾਮ ਵੀ ਲੈ ਕੇ ਆਏ ਸੀਗੇ ਸਾਡੀ ਸਰਕਾਰ। ਪਰ ਇਹ ਕਿ ਜਿਹੜੀ ਇਹ ਸਟਰਾਟਾ ਇੰਸ਼ੋਰੈਂਸ ਹੈ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ, ਜਿਹੜੀ ਹੈ ਇੰਸ਼ੋਰੈਂਸ ਦੀ ਗੱਲ ਹੈ, ਇਹ ਕਾਫੀ ਦੇਰ ਤੋਂ ਚੱਲ ਰਹੀ ਸੀਗੀ ਔਰ ਇਹ ਅਜੇ ਵੀ ਮੈਂ ਨਹੀਂ ਕਹੂੰਗੀ ਕਿ ਇਹ ਪੂਰੀ ਤਰ੍ਹਾਂ ਔਰ ਇਹ ਜਿਹੜੀ ਸਾਡੀ ਸਰਕਾਰ ਵੀ ਮੰਨਦੀ ਹੈ ਕਿ ਪੂਰੀ ਤਰ੍ਹਾਂ ਅਜੇ ਤੱਕ ਰਿਜ਼ੋਲਵ ਨਹੀਂ ਹੋਈ ਹੈ, ਬਟ ਵੀ ਆਰ ਟੇਕਿੰਗ ਸਮਾਲ ਸਟੈਪਸ ਟੂ ਡੀਲ ਵਿਦ ਇਟ। ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਸੀਗਾ ਪੁਨੀਤ ਕਿ ਇਹ ਕਿਉਂਕਿ ਪ੍ਰਾਈਵੇਟ ਇੰਸ਼ੋਰੈਂਸ ਨਾਲ ਰਿਲੇਟਡ ਮੈਟਰ ਹੈ ਜਿਹਦੇ ਤੇ ਗਵਰਨਮੈਂਟ ਦਾ ਕਈ ਵਾਰ ਬਹੁਤ ਵਾਰੀ ਕੰਟਰੋਲ ਨਹੀਂ ਹੁੰਦਾ। ਪ੍ਰਾਈਵੇਟ ਇੰਸ਼ੋਰੈਂਸ ਇਜ਼ ਨਾਟ ਅੰਡਰ ਗਵਰਨਮੈਂਟ ਕੰਟਰੋਲ, ਬਟ ਵੀ ਆਰ ਬ੍ਰਿੰਗਿੰਗ ਦਾ ਕੰਟਰੋਲ ਇਨ ਅ ਵੇ ਇਨ ਜਿਹੜਾ ਅਸੀਂ ਲੈਜਿਸਲੇਸ਼ਨ ਲੈ ਕੇ ਆਏ ਆ ਕਿ ਜਦ ਕੋਈ ਇੰਸ਼ੋਰੈਂਸ ਕੰਪਨੀ ਵੀ ਜਦ ਕੋਈ ਚੇਂਜਸ ਲੈ ਕੇ ਆਉਂਦੀ ਹੈ ਜਾਂ ਉਹਨਾਂ ਦਾ ਇੰਸ਼ੋਰੈਂਸ ਕੰਪਨੀ ਦਾ ਤੇ ਸਟਰਾਟਾ ਦਾ ਆਪਸ ਚ ਜਿਹੜਾ ਸਮਝੌਤਾ ਹੋ ਰਿਹਾ that should be very transparent। ਉਹਦੇ ਵਿੱਚ ਜਿਹੜਾ ਇੱਕ ਕੋਂਡੋ ਓਨਰ ਹੈ ਜਾਂ ਸਟਰਾਟਾ ਓਨਰ ਹੈ ਉਹ ਸਫਰ ਨਾ ਕਰੇ ਜੇ ਕੋਈ ਵੀ ਚੇਂਜਸ ਆ ਰਹੀਆਂ ਟ੍ਰਾਂਸਪੇਰੈਂਟ ਵੇ ਨਾਲ ਆਉਣ ਤਾਂ ਕਿ ਉਹਨਾਂ ਨੂੰ ਇਨਫ ਟਾਈਮ ਮਿਲੇ ਟੂ ਮੇਕ ਦ ਚੇਂਜਸ। ਜੀ, ਇਸ ਤੋਂ ਪਹਿਲਾਂ ਜਦੋਂ ਇੰਸ਼ੋਰੈਂਸ ਦੀ ਆਪਾਂ ਗੱਲ ਕਰਦੇ ਆ, ICBC ਦੇ ਵਾਸਤੇ ਵੀ ਜਦੋਂ ਪਹਿਲਾਂ ਇੱਕ ਬਿੱਲ ਆਇਆ ਸੀ, ਉਦੋਂ ਜਿਹੜੇ ਇੰਸ਼ੋਰੈਂਸ ਕਰਦੇ ਨੇ ਉਹਨਾਂ ਦੇ ਵੱਲੋਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਸੀ ਕਿ ਉਹਨਾਂ ਦੀ ਇਨਕਮ ਦੇ ਉੱਤੇ ਇਸ ਦੇ ਨਾਲ ਫਰਕ ਪੈਣਾ। ਤੇ ਫਿਰ ਜਿਵੇਂ ਹੁਣ ਇਹਦੇ ਵਿੱਚ ਪਹਿਲੀ ਚੀਜ਼ ਹੈ ਕਿ ਥਰਡ ਪਾਰਟੀ ਨੂੰ ਜਿਹੜਾ ਕਮਿਸ਼ਨ ਜਾਂਦਾ ਉਹ ਬੰਦ ਕੀਤਾ ਜਾਵੇਗਾ। ਤੇ ਫਿਰ ਜਿਹੜੀ ਉਹ ਥਰਡ ਪਾਰਟੀ ਹੈ ਜਿਵੇਂ ਬ੍ਰੋਕਰਸ ਨੇ ਤੇ ਇੰਸ਼ੋਰਰਸ ਨੇ, ਉਹ ਕਈ ਵਾਰ ਨਿਰਭਰ ਕਰਦੇ ਨੇ ਕਿ ਇਹੋ ਜਿਹੀ ਚੀਜ਼ਾਂ ਦੇ ਛੋਟੇ ਛੋਟੇ ਕਮਿਸ਼ਨ ਉਹਨਾਂ ਨੂੰ ਮਿਲਦੇ ਨੇ, ਇਹੋ ਇਹਨਾਂ ਦੀ ਇਨਕਮ ਹੁੰਦੀ ਹੈ। ਤਾਂ ਉਹਨਾਂ ਵੱਲੋਂ ਨਹੀਂ ਕੁਝ ਕੀਤਾ ਗਿਆ ਜਾਂ ਫਿਰ ਉੱਤੇ ਕੋਈ, ਕਿਉਂਕਿ ਉਹਨਾਂ ਤੇ ਵੀ ਥੋੜਾ ਫਰਕ ਤਾਂ ਪਵੇਗਾ। we will see that ਪਰ ਜਿਵੇਂ ਇਹਦੇ ਚ ਕਮਿਸ਼ਨ ਦੀ ਜਿਹੜੀ ਗੱਲ ਹੋ ਰਹੀ ਸੀਗੀ ਕਿ ਜਦ ਇੱਕ ਇੰਸ਼ੋਰੈਂਸ ਕੰਪਨੀ ਚੂਜ਼ ਕੀਤੀ ਜਾ ਰਹੀ ਹੈ ਤੇ ਉਹਨੂੰ ਰੈਫਰਲ ਜਦ ਕੋਈ ਕਰਦਾ ਹੈ ਤੇ ਉਹਨੂੰ ਉਹ ਕਮਿਸ਼ਨ ਬੇਸਡ ਹੁੰਦਾ ਕਿ ਰੈਫਰਲ ਜਿਹੜਾ ਕੋਈ ਵੱਧ ਕਮਿਸ਼ਨ ਦੇ ਰਿਹਾ ਉਹਨੂੰ ਰੈਫਰ ਕੀਤਾ ਜਾਏਗਾ। ਮੈਨੂੰ ਲੱਗਦਾ ਕਿ the way this legislation is built ਕਿ ਉਹ ਜਿਹੜਾ ਅਸੀਂ ਵਿਦਨ ਜਿਹੜਾ ਉਹ ਵਾਲਾ ਵਿੱਚ ਵਾਲਾ ਪ੍ਰੋਸੈਸ ਹੈ ਰੈਫਰਲ ਦਾ ਪ੍ਰੋਸੈਸ ਹੀ ਕੱਢ ਦਿੱਤਾ ਹੈਗਾ ਕਿ it should be based on merit ਕਿ ਕਿਹੜੀਆਂ ਡਿਫਰੈਂਟ ਇੰਸ਼ੋਰੈਂਸ ਏਜੰਸੀਜ਼ ਆ ਕਿਵੇਂ ਦੇ ਆਪਣੇ ਪ੍ਰੋਗਰਾਮਸ ਦੇ ਰਹੀਆਂ ਉਹਦੇ ਤੇ ਬੇਸਡ ਹੋਣਾ ਚਾਹੀਦੀ ਹੈਗੀ ਹੈ ਕਿ ਅਸੀਂ ਉਸ ਇੰਸ਼ੋਰੈਂਸ ਕੰਪਨੀ ਨੂੰ ਚੂਜ਼ ਕਰ ਰਹੇ ਹਾਂ ਕਿ ਨਹੀਂ ਕਰ ਰਹੇ, rather than ਕਿ ਉਹ ਇੰਸ਼ੋਰੈਂਸ ਕੰਪਨੀ ਤੁਹਾਨੂੰ ਕਿੰਨਾ ਕਮਿਸ਼ਨ ਦੇ ਰਹੀ ਹੈਗੀ ਹੈ। So that shouldn't be the case. It should be what kind of service the strata owners would be getting from that insurance company, rather than ਕਿ ਕਿੰਨਾ ਕਮਿਸ਼ਨ ਦਿੱਤਾ ਗਿਆ ਉਸ ਬੇਸ ਦੇ ਉੱਤੇ ਜਿਹੜਾ ਅਸੀਂ ਕਹਾਂਗੇ ਸਿਰਫ ਕਮਿਸ਼ਨ ਤੇ ਜਿਹੜਾ ਇਨਸੈਂਟਿਵ ਦੇ ਬੇਸ ਦੇ ਉੱਤੇ ਕੋਈ ਇੰਸ਼ੋਰੈਂਸ ਕੰਪਨੀ ਨਾ ਚੂਜ਼ ਕੀਤੀ ਜਾਵੇ। the insurance company should be chosen of the work that they are doing। ਜੀ, ਤੇ ਫਿਰ ਜਿਵੇਂ ਹੁਣ 31 ਅਗਸਤ ਤੱਕ ਰੈਂਟਰਸ ਨੂੰ ਮਦਦ ਦੇਣ ਦੇ ਵਾਸਤੇ ਵੀ ਪ੍ਰੋਗਰਾਮ 'ਚ ਵਾਧਾ ਕੀਤਾ ਗਿਆ ਹੈ, ਤਾਂ ਇਸ ਦੇ ਨਾਲ ਹੀ ਹੋਰ ਕਿਹੜੇ-ਕਿਹੜੇ ਪ੍ਰੋਗਰਾਮ ਨੇ ਜਿਨ੍ਹਾਂ ਵਿੱਚੋਂ ਲੱਗਦਾ ਹੈ ਕਿ ਵਾਧਾ ਹੋ ਸਕਦਾ ਹੈ ਜਾਂ ਹੋਇਆ? ਜੀ, ਰੈਂਟਰਸ ਵਾਲਾ ਗੱਲ ਬਹੁਤ ਜ਼ਿਆਦਾ ਚੱਲ ਰਹੀ ਸੀਗੀ। ਅਸੀਂ ਜਾਣਦੇ ਹਾਂ ਕਿ ਕੋਵਿਡ ਨੇ ਬਹੁਤ ਜ਼ਿਆਦਾ ਸਾਡੀ ਇਕਨੋਮੀ ਤੇ ਉੱਤੇ ਇਫੈਕਟ ਕੀਤਾ ਹੈ, ਲੋਕੀ ਬਹੁਤ ਜ਼ਿਆਦਾ ਸਫਰ ਕਰ ਰਹੇ ਹਨ। ਤੁਸੀਂ ਜਾਣਦੇ ਹੋ ਕਿ CERB ਜਿਹੜਾ ਕਿ ਇੱਕ ਫੈਡਰਲ ਪ੍ਰੋਗਰਾਮ ਹੈਗਾ ਉਹਨੂੰ ਵੀ ਵਧਾਉਣ ਦੀ ਗੱਲ ਕੀਤੀ ਗਈ ਹੈ ਤੇ ਉਹਦੇ ਮੱਦੇਨਜ਼ਰ ਹੀ ਬਹੁਤ ਜ਼ਿਆਦਾ ਜਿਹੜੀ ਸਾਡੀ ਮਿਨਿਸਟਰ ਆਫ ਹਾਊਸਿੰਗ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਰਿਕੁਐਸਟ ਆ ਰਹੀ ਸੀਗੀ ਕਿ ਜਿਹੜਾ ਰੈਂਟਲ ਸਪਲੀਮੈਂਟ ਦਾ ਪ੍ਰੋਗਰਾਮ ਹੈ ਉਹਨੂੰ ਵੀ ਵਧਾਇਆ ਜਾਵੇ। ਤੇ ਔਰ ਅਸੀਂ ਇਹੀ ਚਾਹਾਂਗੇ ਕਿ ਲੋਕੀ ਆਪਣੀ ਥਾਵਾਂ ਤੇ ਸੇਫ ਹੋਣ ਤੇ ਉਹਨਾਂ ਨੂੰ ਮਦਦ ਦਿੱਤੀ ਜਾਵੇ ਕਿ ਉਹ ਆਪਣਾ ਰੈਂਟ ਦੇ ਸਕਣ ਤੇ ਲੈਂਡਲੌਰਡਸ ਨੂੰ ਵੀ ਮਦਦ ਮਿਲੇ ਕਿ ਉਹ ਰੈਂਟ ਹਾਸਿਲ ਕਰ ਸਕਣ ਉਹਨਾਂ ਨੂੰ ਵੀ ਜਸਟ ਬਿਕਾਜ਼ ਆਫ ਕੋਵਿਡ, ਬਿਕਾਜ਼ ਆਫ ਦ ਇਕਨੋਮਿਕ breakdown ਕਿ ਉਹਨਾਂ ਤੇ ਵੀ ਅਸਰ ਨਾ ਹੋਵੇ because they have to pay their mortgages as well। So this is an initiative ਔਰ ਮੈਨੂੰ ਬਹੁਤ ਹੀ ਮਾਣ ਹੈ ਇਸ ਗੱਲ ਦਾ ਕਿ BC ਕੱਲਾ ਇੱਕ ਪ੍ਰੋਵਿੰਸ ਹੈਗਾ ਪੂਰੇ ਕੈਨੇਡਾ ਵਿੱਚ ਜਿਨ੍ਹਾਂ ਨੇ ਇਹ ਰੈਂਟਲ ਸਬਸਿਡੀ ਦਾ ਪ੍ਰੋਗਰਾਮ ਚਲਾਇਆ and which is going ਉਹਦੇ ਕਾਫੀ ਜ਼ਿਆਦਾ ਸ਼ਲਾਘਾ ਕੀਤੀ ਗਈ ਲੋਕਾਂ ਵੱਲੋਂ, ਰੈਂਟਰਸ ਐਂਡ ਲੈਂਡਲੌਰਡਸ ਵੱਲੋਂ ਐਂਡ ਉਹਦੇ ਕਰਕੇ ਉਹਦੀ ਜਿਹੜੀ ਹੈ ਉਹਦੀ ਜਿਹੜੀ ਡਿਊਰੇਸ਼ਨ ਹੈ ਉਹ ਵਧਾਈ ਗਈ ਹੈ। ਜੀ, ਤੇ ਫਿਰ ਜਿਵੇਂ ਵਧੀਆ ਗੱਲ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹੁਣ ਕੇਸ ਕਾਫੀ ਘਟ ਗਏ ਨੇ ਤੇ ਨਵੇਂ ਕੇਸ ਬਹੁਤ ਘੱਟ ਆ ਰਹੇ ਨੇ, ਐਕਟਿਵ ਕੇਸ ਵੀ ਕਾਫੀ ਘੱਟ ਨੇ। ਕਿ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨਵਾਂ ਮਾਮਲਾ ਸਾਹਮਣੇ ਆਇਆ ਸੀ, ਅਲਬਰਟਾ ਦੇ ਵਿੱਚ ਸਾਹਮਣੇ ਬਾਅਦ ਵਿੱਚ ਆਉਣੇ ਸ਼ੁਰੂ ਹੋਏ ਸੀ, ਪਰ ਅਲਬਰਟਾ 'ਚ ਕਿਤੇ ਜ਼ਿਆਦਾ ਨੇ ਤੇ ਹੋਰ ਸੂਬਿਆਂ ਨਾਲ ਜੇ ਤੁਲਨਾ ਕੀਤੀ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵੱਲੋਂ ਕਾਫੀ ਹੱਦ ਤੱਕ ਕਾਬੂ ਪਾਇਆ ਗਿਆ ਹੈ। ਪਰ ਇਸ ਨੂੰ ਲੈ ਕੇ ਹੁਣ ਇਸ ਦੇ ਉੱਤੇ ਇਸੇ ਤਰ੍ਹਾਂ ਹੀ ਜਾਰੀ ਰਹੇ, ਸੈਕਿੰਡ ਵੇਵ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਦਿੱਕਤ ਨਾ ਆਵੇ, ਉਸ ਦੇ ਉੱਤੇ ਕੀ ਵਿਚਾਰ ਕੀਤਾ ਜਾ ਰਿਹਾ ਹੈ? ਇੱਕ ਮੈਂ ਐਪਲੀਕੇਸ਼ਨ ਦੇ ਬਾਰੇ ਵੀ ਪੁੱਛਣਾ ਜਿਹੜੀ ਕਹੀ ਜਾ ਰਹੀ ਹੈ ਕਿ ਕੋਵਿਡ-19 ਦੇ ਪੇਸ਼ੈਂਟਸ ਨੂੰ ਟਰੈਕ ਕੀਤਾ ਜਾਵੇਗਾ, ਉਹਦੇ ਉੱਤੇ ਕੋਈ ਵਿਚਾਰ ਹੈ? ਨਹੀਂ, ਬਿਲਕੁਲ ਤੁਸੀਂ ਗੱਲ ਕੀਤੀ ਕਿ ਅਸੀਂ ਮੈਂ ਬਹੁਤ ਜ਼ਿਆਦਾ ਦਾਦ ਦੇਣਾ ਚਾਹੂੰਗੀ ਆਪਣੇ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਬੌਨੀ ਹੈਨਰੀ ਤੇ ਆਪਣੇ ਮਿਨਿਸਟਰ ਆਫ ਹੈਲਥ ਏਡਵਿਨ ਡਿਕਸ ਨੂੰ, ਕਿਉਂਕਿ ਉਹਨਾਂ ਨੇ ਜਿੰਨਾ ਵੀ ਇਹ ਕੰਮ ਹੋਇਆ ਹੈਗਾ ਕੋਵਿਡ ਦੇ ਉੱਤੇ, ਕੋਵਿਡ ਨੂੰ ਠੱਲ ਪਾਉਣ ਕਰਕੇ ਸਾਰਾ ਸਾਇੰਸ ਬੇਸ ਸੀਗਾ। ਕੋਈ ਉਹ ਪੋਲੀਟੀਕਲ ਡਿਸੀਜਨਸ ਨਹੀਂ ਲਿੱਤੇ ਗਏ, ਕੋਈ ਇਹ ਨਹੀਂ ਕੀਤਾ ਗਿਆ ਕਿ ਜਲਦਬਾਜ਼ੀ ਵਿੱਚ ਡਿਸੀਜਨ ਲਿੱਤੇ ਗਏ। ਉਹਦੀ ਪੂਰੀ ਰਿਸਰਚ ਕਰਕੇ ਪੂਰੀ ਮਾਡਲਿੰਗ ਤੁਸੀਂ ਦੇਖਦੇ ਹੋ ਕਿ ਥੋੜੀ ਦੇਰ ਬਾਅਦ ਉਹ ਮਾਡਲਿੰਗ ਸ਼ੋ ਕਰਦੇ ਆ ਕਿ ਕਿਵੇਂ ਦੇ ਸਾਡੇ ਕੋਲ ਕੇਸਿਸ ਆ ਰਹੇ ਆ, ਕਿਵੇਂ ਕੇਸਿਸ ਵਧਣਗੇ, ਕਿਵੇਂ ਕਿਹੜੀ ਸਾਡਾ ਪੀਕ ਟਾਈਮ ਹੋਏਗਾ। ਇਹ ਚੀਜ਼ ਉਹਨਾਂ ਨੇ ਮਾਰਚ ਔਨਵਰਡਸ ਹੀ
ਸਾਡਾ ਫਰਵਰੀ 'ਚ ਸਭ ਤੋਂ ਪਹਿਲਾਂ ਕੇਸ ਆਇਆ ਸੀਗਾ, ਉਸ ਤੋਂ ਲਗਾਤਾਰ ਬਹੁਤ ਹੀ ਟਰਾਂਸਪੇਰੈਂਟ ਵੇ ਨਾਲ ਉਹ ਇਸ ਚੀਜ਼ ਨੂੰ ਡੀਲ ਕਰ ਰਹੇ ਹੈ। ਤੇ ਮੈਂ ਪਰ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਸਾਡੀ ਕਮਿਊਨਿਟੀਜ਼ ਦੇ ਵੀ ਕਿ ਲੋਕਾਂ ਨੇ ਸੈਕਰੀਫਾਈਸਿਸ ਕੀਤੀਆਂ, ਲੋਕਾਂ ਨੇ ਆਪਣਾ ਮਿਲਵਰਤਨ ਘਟਾਇਆ, ਲੋਕਾਂ ਨੇ ਜਿਹੜੇ ਵੀ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਵੱਲੋਂ ਉਹ ਮੰਨੀਆਂ, ਤਾਂ ਹੀ ਅੱਜ ਅਸੀਂ ਇਸ ਸਿਚੁਏਸ਼ਨ ਤੱਕ ਪਹੁੰਚੇ ਹਾਂ ਕਿ ਅਸੀਂ ਹੌਲੀ ਹੌਲੀ ਜਿਹੜੀ ਇਕਨੋਮੀ ਨੂੰ ਰਿਕਵਰ ਕਰਨ ਦੀ ਗੱਲ ਕਰ ਰਹੇ ਹਾਂ। ਲੋਕੀ ਆਪਸ ਚ ਥੋੜਾ ਬਹੁਤ ਮਿਲ ਜੁਲ ਸਕ ਰਹੇ ਹੈ, ਪਰ ਹੈ ਕਿ ਵੀ ਸਟਿਲ ਨੀਡ ਟੂ ਕੰਟੀਨਿਊ। ਅਜੇ ਵੀ ਜਿਹੜੀ ਮਾਡਲਿੰਗ ਆ ਰਹੀ ਹੈਗੀ ਹੈ, ਆਲਦੋ ਵੀ ਹੈਵ ਅ ਰੀਲੀ ਗੁੱਡ ਸਾਨੂੰ ਮੈਂ ਕਹੂੰਗੀ ਕਿ ਸਾਡੀ ਬਹੁਤ ਜ਼ਿਆਦਾ ਪਕੜ ਹੈਗੀ ਹੈ ਇਸ ਇਸ਼ੂ ਦੇ ਉੱਤੇ, ਪਰ ਜਿਵੇਂ ਤੁਸੀਂ ਕਿਹਾ ਕਿ ਵੀ ਆਰ ਨਾਟ ਸਟਿਲ ਆਊਟ ਆਫ ਦ ਵੁੱਡਸ, ਵੀ ਅਜੇ ਵੀ ਹਦਾਇਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਉਹ ਸਾਨੂੰ ਮੰਨਣੀਆਂ ਪੈਣਗੀਆਂ, ਤਾਂ ਹੀ ਜਿਹੜੀਆਂ ਲਾਰਜ ਗੈਦਰਿੰਗਸ ਦੇ ਉੱਤੇ ਜਿਹੜੀ ਰੋਕ ਹੈ ਉਹਦਾ ਕਾਰਨ ਇਹੀ ਹੈਗਾ ਕਿ ਵੀ ਕੈਨ ਨਾਟ ਟੇਕ ਦਾ ਰਿਸਕ ਬਿਕਾਜ਼ ਦਾ ਰਿਸਕ ਵੁੱਡ ਬੀ ਜਸਟ ਟੂ ਮਚ। ਜੀ, ਤੇ ਫਿਰ ਉਹ ਐਪਲੀਕੇਸ਼ਨ ਦਾ ਕੁਝ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਹੋਵੇਗਾ ਜਾਂ ਫਿਰ ਉਹ ਜਿਹੜਾ ਐਪ ਦੀ ਗੱਲ ਕਰ ਰਹੇ ਹੋ ਤੁਸੀਂ, ਜਿਹੜੀ ਜਿਹੜੀ ਐਪ ਹੈ ਕਿ because they are talking about that app, ਮੈਂ ਵੀ ਉਹ ਖਬਰ ਵਜੋਂ ਹੀ ਅਜੇ ਦੇਖਿਆ ਹੈਗਾ, I haven't done full research on it, ਪਰ ਇਹ ਕਿ ਜੇ ਉਹ ਐਪ ਇੱਕ ਵਾਰ ਜਿਹੜੇ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕੀਤਾ ਕਿ ਤੁਹਾਨੂੰ ਪਤਾ ਚੱਲ ਜਾਏਗਾ ਕਿ ਜਿਹੜੇ ਪੋਜ਼ਿਟਿਵ ਲੋਕੀ ਹੈਗੇ, if you are around somebody who's tested positive, ਇਹ ਸਿਰਫ ਇੱਕ ਹਦਾਇਤ ਹੈਗੀ ਹੈ ਮੇਰੇ ਖਿਆਲ ਵਿੱਚ ਕਿ how to keep yourself safe, ਪਰ ਮੈਨੂੰ ਲੱਗਦਾ ਕਿ ਐਪ ਤੋਂ ਇਲਾਵਾ ਵੀ ਜਿਹੜੀਆਂ ਅਸੀਂ ਪ੍ਰੀਕਾਸ਼ਨਸ ਅਜੇ ਵੀ ਲੈ ਰਹੇ ਹਾਂ ਫਿਜ਼ੀਕਲ ਡਿਸਟੈਂਸਿੰਗ ਦੇ, ਜਿਹੜੀ ਕਈ ਥਾਵਾਂ ਤੇ ਟ੍ਰਾਂਜ਼ਿਟ ਵਗੈਰਾ ਤੇ ਮਾਸਕ ਪਾਉਣ ਦੇ, ਆਈ ਥਿੰਕ ਦੈਟ ਹੈਲਪਸ ਅ ਲੋਟ, ਪਰ ਹੈ ਕਿ ਵਿਦ ਦੈਟ ਐਪ ਅਜੇ ਉਹ ਐਪ ਜਦ ਐਕਟਿਵ ਹੋਏਗਾ ਉਹਦੇ ਬਾਰੇ ਜ਼ਿਆਦਾ ਪਤਾ ਚੱਲੇਗਾ ਕਿ ਹਾਊ ਦੈਟ ਵੁੱਡ ਬੀ ਆਪਰੇਟਡ। ਇਟ ਵਿਲ ਆਈ ਥਿੰਕ ਇਟ ਵੁੱਡ ਬੀ ਐਨ ਐਕਸਟਰਾ ਟੂਲ ਜਦ ਲੋਕੀ ਬਾਹਰ ਜਾਂਦੇ ਆ ਕਿ ਆਪਣੇ ਆਪ ਨੂੰ ਕਿਵੇਂ ਵੱਧ ਤੋਂ ਵੱਧ ਸੇਫ ਰੱਖ ਸਕਣ। ਜੀ, ਤੇ ਅੰਤ ਵਿੱਚ ਤੁਸੀਂ ਆਪਣੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ? ਮੈਂ ਤਾਂ ਸਿਰਫ ਇਹ ਕਹੂੰਗੀ, ਇੱਕ ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੀਡੀਆ ਦੀ, ਤੁਹਾਡੀ ਵੀ। ਆਈ ਨੋ ਕਿ ਡਿਊਰਿੰਗ ਦਿਸ COVID-19 ਪੈਂਡੈਮਿਕ ਤੁਸੀਂ ਲਗਾਤਾਰ ਆਪਣੀ ਰਿਪੋਰਟਿੰਗ ਕੀਤੀ ਹੈ, ਤੁਸੀਂ ਬੀਇੰਗ ਦੀ ਐਸੈਂਸ਼ੀਅਲ ਵਰਕਰਸ ਯੂ ਹੈਵ ਬੀਨ ਇਨ ਦਾ ਫੋਰਫਰੰਟ, ਐਂਡ ਸਾਡਾ ਜਿਹੜਾ ਮੈਸੇਜਿੰਗ ਸੀਗੀ ਗਵਰਨਮੈਂਟ ਦੀ ਸੀ ਜਾਂ ਹੈਲਥ ਅਥਾਰਟੀਜ਼ ਦੀ ਸੀਗੀ, ਉਹ ਆਪਣੇ ਤੁਸੀਂ ਸਰੋਤਿਆਂ ਤੱਕ ਪਹੁੰਚਾਈ ਹੈ। ਤੁਹਾਡੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਪਰ ਨਾਲ ਹੀ ਤੁਹਾਡੇ ਸਰੋਤਿਆਂ ਦੀ ਜਿਨ੍ਹਾਂ ਨੇ ਇੰਨੇ ਜ਼ਿਆਦਾ ਆਪਣੀ ਜਿਹੜੀ ਹਦਾਇਤਾਂ ਨੂੰ ਚੰਗੀ ਤਰ੍ਹਾਂ ਮੰਨਿਆ ਤੇ ਐਂਡ have helped the government flatten the curve in BC। ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੇ ਆਪਣਾ ਸਮਾਂ ਕੱਢ ਕੇ ਸਾਨੂੰ ਜਾਣਕਾਰੀ ਦੇਣ ਲਈ। ਬਹੁਤ ਬਹੁਤ ਸ਼ੁਕਰੀਆ। ਇਟਸ ਆਲਵੇਜ਼ ਅ ਪਲੇਜ਼ਰ। ਥੈਂਕ ਯੂ ਸੋ ਮਚ। ਥੈਂਕ ਯੂ ਬਾਏ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।